ਸੁਹੀ ਮਹੱਲਾ ਪੰਜਵਾਂ। ਜਾਂ ਕਾ ਦਰਸ ਪਾਪ ਕੋਟ ਉਤਾਰੇ। ਜਿਸ ਦਾ ਦਰਸ਼ਨ ਮਾਤਰ ਹੀ ਕਰੋੜਾਂ ਪਾਪਾਂ ਨੂੰ ਨਾਸ ਕਰ ਦੇਵੇ। ਇਸ ਨੂੰ ਕਹਿੰਦੇ ਨੇ ਵਿਅਕਤੀ ਭੇਦ, ਅਸਥਾਨ ਭੇਦ। ਜਗ੍ਹਾ ਦਾ ਅਸਰ, ਵਿਅਕਤੀ ਦਾ ਅਸਰ। ਮੈਂ ਅਰਜ਼ ਕਰਾਂ, ਮਨੁੱਖ ਪ੍ਰਭਾਵਿਤ ਹੁੰਦਾ ਹੈ ਅਸਥਾਨ ਤੋਂ, ਮਨੁੱਖ ਪ੍ਰਭਾਵਿਤ ਹੁੰਦਾ ਹੈ ਵਿਅਕਤੀਆਂ ਤੋਂ। ਐਸਾ ਹੋ ਹੀ ਨਹੀਂ ਸਕਦਾ ਕਿਸੇ ਦਾ ਮਨ ਕਿ ਪ੍ਰਭਾਵਿਤ ਨਾ ਹੋਵੇ। ਹਰ ਮਨੁੱਖ ਕਿਸੇ ਥਾਂ ਤੇ ਆਪਣਾ ਪ੍ਰਭਾਵ ਦਿੰਦਾ ਹੈ ਔਰ ਹਰ ਮਨੁੱਖ ਕਿਸੇ ਥਾਂ ਤੋਂ ਆਪਣਾ ਪ੍ਰਭਾਵ ਲੈਂਦਾ ਹੈ। ਜਿੱਥੇ ਮਨੁੱਖ ਬੈਠਾ ਹੈ ਅਗਰ ਪ੍ਰਭਾਵਿਤ ਹੋ ਗਿਆ ਹੈ ਤਾਂ ਅਗਲੇ ਪ੍ਰਬਲ ਨੇ, ਕਮਜ਼ੋਰ ਹੈ। ਔਰ ਜਿੱਥੇ ਬੈਠਾ ਹੈ ਇਸ ਤੋਂ ਹੀ ਅਗਲੇ ਪ੍ਰਭਾਵਿਤ ਹੋ ਗਏ ਨੇ ਤਾਂ ਇਹ ਬਲਵਾਨ ਹੈ, ਅਗਲੇ ਕਮਜ਼ੋਰ ਨੇ। ਕਿਸੇ ਥਾਂ ਤੇ ਮਨੁੱਖ ਕਿਸੇ ਤੋਂ ਜ਼ਿਆਦਾ ਬਲਵਾਨ ਹੈ ਮਨ ਕਰਕੇ, ਔਰ ਕਿਸੇ ਥਾਂ ਤੇ ਜੋ ਹੈ ਇਹ ਕਮਜ਼ੋਰ ਹੈ। ਹਮੇਸ਼ਾ ਹਰ ਥਾਂ ਤੇ ਮਨੁੱਖ ਐਸਾ ਆਪਣਾ ਪ੍ਰਭਾਵ ਦਿੰਦਾ ਹੈ, ਦੂਜਿਆਂ ਦਾ ਪ੍ਰਭਾਵ ਲੈਂਦਾ ਹੈ। ਭਗਤ ਕਬੀਰ ਜੀ ਦੀ ਇੱਕ ਬੜੀ ਕੀਮਤੀ ਪੰਕਤੀ, ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਏ। ਤਸਕਰ ਕਹਿੰਦੇ ਨੇ ਚੋਰ ਨੂੰ। ਉਹ ਧਰਤੀ ਜਿੱਥੇ ਸਾਧੂ ਬੈਠੇ ਨੇ, ਸਤਸੰਗੀ ਬੈਠੇ ਨੇ, ਨਾਮ ਰਸਕ ਬੈਠੇ ਨੇ, ਅਗਰ ਉੱਥੇ ਇੱਕ ਚੋਰ ਚਲਾ ਜਾਏ, ਇੱਕ ਚੋਰ, ਬਹੁਤੇ ਨਹੀਂ, ਕਿਉਂਕਿ ਬਹੁਤਿਆਂ ਦੀ ਜਿਹੜੀਆਂ ਲਹਿਰਾਂ ਹੋਣਗੀਆਂ ਬਹੁਤ ਇਕੱਠੀਆਂ ਹੋਣਗੀਆਂ। ਇੱਕ ਚੋਰ ਚਲਾ ਜਾਏ ਕਿੱਥੇ? ਜਿੱਥੇ ਬਹੁਤ ਸਾਰੇ ਸਾਧੂ ਬੈਠੇ ਨੇ, ਸਾਧਨਾ ਕਰ ਰਹੇ ਨੇ, ਨਾਮ ਜਪ ਰਹੇ ਨੇ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਏ। ਗਾਏ ਕਹਿੰਦੇ ਜਗ੍ਹਾ ਨੂੰ, ਅਸਥਾਨ ਨੂੰ। ਉਹ ਅਸਥਾਨ ਜਿੱਥੇ ਸਾਧੂ ਬੈਠੇ ਨੇ, ਸਾਧਨਾ ਕਰਨ ਵਾਲੇ ਬੈਠੇ ਨੇ, ਅਗਰ ਉੱਥੇ ਚੋਰ ਚਲਾ ਜਾਏ, ਧਰਤੀ ਭਾਰ ਨਾ ਬਿਆ ਪਈ ਉਨਕੋ ਲਾਹੂ ਲਾਏ। ਉਸ ਚੋਰ ਦਾ ਬੋਝ ਧਰਤੀ ਤੇ ਨਹੀਂ ਪਏਗਾ। ਉਸ ਚੋਰ ਦਾ ਅਸਰ ਉਹ ਸਾਧੂ ਨਹੀਂ ਕਬੂਲ ਕਰਨਗੇ। ਚੋਰ ਦਾ ਮਨ ਹੀ ਬਦਲ ਜਾਏਗਾ। ਅਗਰ ਸਾਧੂ ਦੀ ਸੰਗਤ ਦੇ ਚੋਂ ਚੋਰ ਦੇ ਅੰਦਰੋਂ ਚੋਰੀ ਨਹੀਂ ਨਿਕਲੀ, ਗੁਸਤਾਖੀ ਮਾਫ, ਸਾਧੂ ਨੂੰ ਸਾਧੂ ਆਖਣ ਦੀ ਲੋੜ ਵੀ ਨਹੀਂ। ਸਾਧੂ ਕੋਲ ਬੈਠ ਕੇ ਅਗਰ ਅੰਦਰੋਂ ਦੁਸ਼ਟਪਣਾ ਨਹੀਂ ਨਿਕਲਿਆ, ਇਹਨੂੰ ਸਾਧੂ ਆਖਣ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਸੰਗਤ ਤੇ ਸੱਜਣ ਠੱਗ ਦੀ ਸਾਰੀ ਠੱਗੀ ਅੰਦਰੋਂ ਨਿਕਲ ਗਈ। ਗੁਰੂ ਨਾਨਕ ਦੀ ਭੇਟ ਤੇ ਕੌਡੇ ਰਾਖਸ਼ ਦੇ ਅੰਦਰੋਂ ਸਾਰਾ ਹੀ ਰਾਖਸ਼ਪਣਾ ਨਿਕਲ ਗਿਆ। ਗੁਰੂ ਨਾਨਕ ਦੀ ਭੇਟ, ਮੱਕੇ ਦੇ ਹਾਜੀ ਔਰ ਬਦੂਆਂ ਦੇ ਮਨ ਦੇ ਚੋਂ ਸਾਰੀ ਕਠੋਰਤਾ ਨਿਕਲ ਗਈ, ਸਾਰੀ ਅਗਿਆਨਤਾ ਨਿਕਲ ਗਈ। ਸਿਰਫ ਭੇਟ। ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿਹਦੇ ਦਰਸ਼ਨ ਮਾਤਰ ਨਾਲ ਹੀ ਇਹ ਗੱਲ ਨਾ ਹੋਵੇ ਤਾਂ ਇਤਨੀ ਗੱਲ ਲਾਜ਼ਮੀ, ਉਹ ਸਾਧਨਾ ਜ਼ਰੂਰ ਕਰਦਾ ਪਿਆ, ਪਰ ਉਸਦੀ ਸਾਧਨਾ ਦੇ ਚ ਅਜੇ ਇਤਨਾ ਪ੍ਰਬਲ ਜੋ ਹੈ ਤੇਜ ਨਹੀਂ ਹੈ ਕਿ ਚੋਰ ਨੂੰ ਮੁਤਾਸਰ ਕਰ ਸਕੇ, ਚੋਰ ਤੇ ਜੋ ਹੈ ਪ੍ਰਭਾਵ ਪਾ ਸਕੇ। ਕਬੀਰ ਕਹਿੰਦੇ ਨੇ ਜਿੱਥੇ 10 ਸਾਧੂ ਬੈਠੇ ਨੇ, ਨਾਮ ਜਪ ਰਹੇ ਨੇ, ਸਾਧਨਾ ਕਰ ਰਹੇ ਨੇ, ਅਗਰ ਉੱਥੇ ਇੱਕ ਚੋਰ ਚਲਾ ਜਾਏ, ਧਰਤੀ ਨੂੰ ਬੋਝ ਨਹੀਂ ਹੋਵੇਗਾ, ਸਾਧੂਆਂ ਦੇ ਮਨ ਤੇ ਭਾਰ ਨਹੀਂ ਪਏਗਾ, ਬਲਕਿ ਸਾਰੇ ਦਾ ਸਾਰਾ ਚੋਰੀ ਦਾ ਭਾਰ ਚੋਰ ਦਾ ਉਤਰ ਜਾਏਗਾ। ਉਹਦਾ ਮਨ ਬਦਲ ਜਾਏਗਾ ਔਰ ਉਸ ਨੂੰ ਅੱਜ ਤੱਕ ਆਪਣੇ ਕੀਤਿਆਂ ਤੇ ਪਛਤਾਤਾਪ ਵੀ ਹੋਵੇਗਾ, ਪਛੇਮਾਨੀ ਵੀ ਹੋਵੇਗੀ। ਇਹਨੂੰ ਕਹਿੰਦੇ ਨੇ ਵਿਅਕਤੀ ਭੇਦ, ਵਿਅਕਤੀ ਦਾ ਅਸਰ। ਅਸਥਾਨ ਭੇਦ, ਜਗ੍ਹਾ ਦਾ ਅਸਰ। ਕੋਈ ਥਾਂ ਐਸੀ ਹੁੰਦੀ ਹੈ ਜਿੱਥੇ ਬੈਠੀਏ ਵਿਕਾਰ ਚੇਤੇ ਆਉਂਦੇ ਨੇ, ਕੁਝ ਥਾਂ ਐਸੀ ਹੈ ਜਿੱਥੇ ਬੈਠੀਏ ਨਿਰੰਕਾਰ ਚੇਤੇ ਆਉਂਦਾ ਹੈ। ਇਸ ਵਾਸਤੇ ਮਨੁੱਖ ਨੇ ਬਕਾਇਦਾ ਆਪਣੇ ਘਰ ਬਣਾਏ, ਪਰ ਆਪਣੇ ਘਰ ਦੇ ਨਾਲ ਨਾਲ ਸਤਸੰਗ ਦੇ ਘਰ ਵੀ ਬਣਾਏ, ਤਾਂ ਕਿ ਉੱਥੇ ਸਤਸੰਗ ਚੱਲਦਾ ਰਹੇ, ਬਹੁਤਾ ਚੱਲਦਾ ਰਹੇ, ਔਰ ਉੱਥੇ ਬੈਠ ਕੇ ਨਿਰੰਕਾਰ ਚੇਤੇ ਆਵੇ, ਈਸ਼ਵਰ ਚੇਤੇ ਆਵੇ। ਹਜ਼ਾਰਾਂ ਅਭਿਆਸੀਆਂ ਦਾ ਇਹ ਕਹਿਣਾ ਹੈ ਕਿ ਜਗ੍ਹਾ ਦਾ ਆਪਣਾ ਆਪਣਾ ਅਸਰ ਹੁੰਦਾ ਹੈ। ਅਸਥਾਨ ਭੇਦ। ਔਰ ਜਿੱਥੇ ਸਤਸੰਗ ਹੋਵੇ, ਰੱਬ ਦਾ ਨਾਮ ਜਪਿਆ ਜਾਏ ਤੇ ਉੱਥੋਂ ਦੀਆਂ ਤਰੰਗਾਂ ਬੜੀਆਂ ਪਵਿੱਤਰ ਬਣਨ, ਉੱਥੇ ਕੋਈ ਦੁਨਿਆਵੀ ਬੋਲਣ ਦੀ ਮਮਾਨੀਅਤ ਹੈ। ਹਰ ਜਸ ਚਲਤੇ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜਮ ਧੱਕੇ ਖਾਵੇ। ਪ੍ਰੇਤਨਾਵਾ ਚਲਦਾ ਪਿਆ ਹਰੀ ਦਾ ਜਸ, ਇਹ ਆਪਣੀ ਦੁਨਿਆਵੀ ਗੱਲ ਛੇੜ ਬੈਠੇ ਹੈ। ਗੁਰਦੁਆਰਾ ਸਤਸੰਗ ਦੀ ਥਾਂ, ਇੱਥੇ ਦੁਨੀਆਦਾਰੀ ਛੇੜ ਬੈਠਾ ਹੈ, ਦੁਨੀਆਦਾਰੀ ਦੀ ਗੱਲਾਂ ਪਿਆ ਕਰਦਾ ਹੈ। ਇਹ ਤੇ ਇਸ ਤਰ੍ਹਾਂ ਹੈ ਜਿਵੇਂ ਪਵਿੱਤਰ ਅਸਥਾਨ ਦੇ ਉੱਤੇ ਗੰਦਗੀ ਸੁੱਟਣੀ ਹੋਵੇ।
तो कितना वड्डा पाप है, कितना अजीम पाप है। ये गंद बोल के, दुनियावी बोल बोल के उत्थों दी वाइब्रेशन नूं खराब करता है, उत्थों दीयां लहरां नूं खराब करता है। दो शब्द बर्दाश्त कर लेना, भुलेखे नाल अंदर कोई जोड़ा ले आया है, भुलेखे नाल बर्दाश्त किया जा सकता है, पर कोई अंदर विकार लेके, दुबदा लेके, हंकार लेके इत्थे आ गया है, गुरु नूं बर्दाश्त नहीं है। ये वाइब्रेशन खराब करता है, ये माहौल नूं खराब करता है, ये वातावरण नूं खराब करता है। कई दफ़ा मासूम बच्चे भुलेखे नाल पैरां दे जोड़े अंदर ले आउंदे ने, मैं समझदा तरसयोग ने, कोई गल नहीं, औखे ना होना। पर कोई मनुख अपने अंदर ईर्खा लेके आ गया, हंकार लेके आ गया, दुबदा लेके आ गया, विकार लेके आ गया, वासना लेके आ गया, उस स्थान को अपवित्र करता है। कबीर साधु को मिलने जाइए, साथ न लीजे कोई। 1000 बंदियां दा इकट्ठ होवे ते 999 बंदे हंकार नूं लेके आ जान, विकार नूं लेके आ जान, ईर्षा नूं लेके आ जान, यकीन जानो माहौल खराब करनगे, वातावरण नूं जो है खराब करनगे। इस वास्ते आख्या जाता है, और गुरु ग्रंथ साहब जी महाराज ताकीद करते हैं, जद तू जावीं, चलो फिर ईर्खा नूं हिरदे च रखना ही ते रखें, पर जा रहे हैं साधु कोल सतसंग दे च जा रहे हैं, ईर्खा नूं बाहर रखिया, उत्थे ही रखिया जिथे तू जोड़े रखे ने। हंकार नूं उत्थे ही छोड़ के आ जिथे तू जोड़े उतार के आ गए। पर बदकिस्मती है, जोड़े बंदा बाहर उतार के आ जाता है, हंकार नूं इत्थे नाल ले आउंदा है, वासना नाल लेके आ जाता है। साधु को मिलने जाइए, साथ न लीजे कोई। अस्थान दा असर ते व्यक्ति दा असर अपने ढंग नाल पैंदा है। मैं एक गाथा पढ़ रहा सी किसी वक्त, 2 साधुआं ने रात दे समय आए ने एक शहर दे च, ते रहण लई उन्हां ने एक मकान किराए ते लिया, अज दी रात रहना है। ते जिहड़ा मकान उन्होंने लिया, मालिक मकान भी नाल सी, दूजे मकान च नाल रहिंदा सी पड़ोस च। उन्हें चाबियां पकड़ा दित्तियां, किराया तय हो गया, दोवें अंदर चले गए। जिहड़ा मुखिया सी जैसे सौण लगा ते ओदे मन विच ख्याल आया, इस शहर दे जुआ खाना बड़ा तगड़ा है, लोकी खेडदे ने सारी सारी रात, ते साडे कोल भी माया ते है काफ़ी, अज जरा देख लेंदे आ, कदी देखिया नहीं जुआ की होंदा है, चल के खेड लेंदे आ। दिन रात साधना करन वाला, नाम जपण वाला, जुआ खेडण दा ख्याल अंदर पैदा हो गया। दूजा विचारा सो गया। तो कहंदे ने इस तरह का प्रभाव वो मनुख बहुत छेती कबूल करेगा जिहदी चेतना थोड़ी जी जागी हुई है, जिहदी नासका बड़ी तिखी होवे, दूरों भी सुगंधी ले लैंदा है, दूरों भी दुर्गंधी लैंदा है। जिहदियां अखां बड़ियां तिखियां होवन, बारीक तो बारीक चीज़ भी देख लैंदा है, दूर दी भी देख लैंदा है। जिसदे कन्न बड़े तिखे होवन, दूर तो भी मध्यम आवाज़ सुन लैंदा है, कन्नां दी शक्ति ज़्यादा है। किसी किसी दी सोचण शक्ति, विचार शक्ति, चेतन शक्ति बड़ी ज़्यादा होंदी है। जिवें किसी दी अखां तिखियां ने, किसी दे कन्न बड़े तिखे ने, और किसी दा स्पर्श करने दा मादा बड़ा तिखा होंदा है। इन्हां 5 ज्ञान इंद्रियां दे चों कोई एक इंद्रा किसी दा बहुत तेज होंदा है, बहुत तीक्ष्ण होंदा है। मैं ऐसे भी मनुख देखे ने, दूरों ही सूंघ लैंदे ने, दूरों ही सुगंध दुर्गंध आ जाती है, कईयां नूं नहीं आउंदी। जैसे कईयां दी अखां नहीं कम करदियां, कईयां दी नासका भी जो है कम नहीं करती। किसी किसी दा ज्ञान इंद्रा कोई एक बहुत तीक्ष्ण होंदा है। कहते ने कीड़ी बड़ी दूर तो भी घ्यो ते शक्कर दी वासना ले लैंदी है, बहुत दूर तो, और चल पैंदी है। सूंघण शक्ति उसकी बड़ी तिखी है। दृष्ट शक्ति इल दी बड़ी तिखी है, भावें कितनी उच्ची उड़दी पई होवे, निक्का जिहा भी मांस का टुकड़ा उसनूं दिखाई दे जाता है, कोई दूरबीन लाण की लोड़ नहीं, कोई खुरदबीन की लोड़ नहीं, उन्होंने दिखाई दे जाता है। उसकी देखण शक्ति बड़ी तिखी है। इसे तरह जिसकी चेतन शक्ति बड़ी तेज होवे, सोच शक्ति बड़ी तेज होवे, साधना उसने इस ढंग की कीती होवे, वो हर थां ते चंगे माड़े माहौल का असर बहुत गहरा कबूल करे, उहदे ते बहुत प्रभाव पैंदा है। आम मनुख ते नहीं, जैसे गुस्ताखी माफ, नेत्रहीन ते, अंधे ते जैसे रूप का असर नहीं पै सकता, या बहरे दे उत्ते संगीत का असर की पएगा, किस तरह पएगा। इस तरह जिसकी चेतना सुती पई है, बुराई ते चंगाई का कोई बहुत
ਪ੍ਰਬਲ ਅਸਰ ਉਸ 'ਤੇ ਨਹੀਂ ਪੈਂਦਾ, ਨਾ ਚੰਗਿਆਈ ਦਾ ਨਾ ਬੁਰਾਈ ਦਾ ਬਹੁਤ ਪ੍ਰਬਲ ਅਸਰ ਨਹੀਂ ਪੈਂਦਾ। ਇਹਦੇ ਲਈ ਚੇਤਨਾ ਚਾਹੀਦੀ ਹੈ, ਇਹਦੇ ਲਈ ਜਾਗਰਤੀ ਚਾਹੀਦੀ ਹੈ। ਕਈ ਦਫਾ ਹੈਰਾਨਗੀ ਆਉਂਦੀ ਹੈ ਕਿ ਇਤਨਾ ਚੇਤਨ ਮਨੁੱਖ ਤੇ ਇਤਨੇ ਬੁਰੇ ਕਰਮ ਕਰਨ ਲੱਗ ਪਿਆ, ਇਤਨਾ ਗਿਆਨੀ, ਇਤਨਾ ਦਾਰਸ਼ਨਿਕ, ਇਤਨਾ ਫਿਲਾਸਫਰ, ਇਤਨਾ ਸਿਆਣਾ ਔਰ ਇਹ ਕੁਕਰਮ। ਦਰਅਸਲ ਜਿਤਨਾ ਚੇਤਨ ਮਨੁੱਖ ਹੋਵੇਗਾ ਚੰਗਿਆਈ ਤੇ ਬੁਰਾਈ ਦਾ ਉਤਨਾ ਹੀ ਜ਼ਿਆਦਾ ਅਸਰ ਪਏਗਾ, और जितना ज्यादा चेतन होवेगा या तो उतना ऊंचा उठ जाएगा या भ्रष्ट भी बहुत ज्यादा होवेगा। विश्वामित्र जैसे, श्रृंगी जैसे, इंद्र जैसे, इंद्र देवता है और देवतियां दा मुखी है ते देवते दे अखरी अर्थ ने ज्ञानी, ज्ञान दा दीवा जल गया ते करदा की है। वक्त दा एक सिरमौर संत है गौतम ऋषि, ਉਹਦੀ ਪਤਨੀ है अहिल्या, सत्संगण है, साधुआं ਦੀ सेवा करदी है, देवतियां ਦੀ सेवा करदी है और उसनूं वेख के इंद्र अपना मन मैला करता है। और सिर्फ मैला ही नहीं करता, सतगुर दी बाणी ते कहंदी है गौतम नार अहिल्या तिस देख इंद्र लुभाया, सहज शरीर चहन भग होए तामन पछोताया। भाई एक आम घराना भी नहीं, एक संत दा घराना, एक भजनीक पुरुष दा घराना, एक है संत दी जो है पत्नी। और भ्रष्ट कौन होता है? एक देवता। जो पुरुष जितना ज्यादा चेतन होवेगा, गुस्ताखी माफ, जिहड़ी स्त्री जितनी ज्यादा चेतन होवेगी बुराई ते चंगाई दा उतना ही ज्यादा असर कबूल करेगी, उतनी ज्यादा प्रभावित होवेगी। जिस दियां अखां जितनियां तेज होणगियां रूप रंग दा उतना ही गहरा असर पएगा। जिस दे कन बड़े तिखे होणगे आवाज दा उतना ही ज्यादा प्रभाव पएगा। जिस दी चेतना बड़ी चेतन होवेगी, बहुत जागया होया है, उस दे उत्ते चंगियाई दा ते बुराई दा उतना ही ज्यादा असर पेगा। ये साधु बहुत जागया होया पुरुष सी, कई किसी हद तक सुते होंदे ने। साडी बहुत सारियां शक्तियां सुतियां पईयां ने, जागियां होईयां नहीं ने। साहिबां दी बाणी कहंदी है नैनो नींद पर दृष्ट विकार, सरवण सोए सुन निंद विचार, रसना सोई लोभ मीठे साध, मन सोया माया बिस्माद। इस ग्रह में कोई जागृत रहे, साबत वस्त ओ अपनी ले। ये मनुखा तन प्राप्त करके कोई विरला ही है जो पूर्ण तौर ते जागे, कोई विरला ही है। साहब कहते ने कि पूर्ण तौर ते जागे ते साबत वस्त परमात्मा दा नाम अपना ले लेवे। कोई कला ले लेंदा है, कोई चित्रकारी ले लेंदा है, कोई कविता ले लेंदा है, कोई किसी होर पक दा सियाणा हो जाता है, पर यह पूर्ण अजे इसने प्रसाद प्राप्त नहीं किया, अधूरा प्रसाद लिया। इसनों पूरी सौगात प्राप्त नहीं हुई। साबत वस्त ओ अपनी लै कोई विरला ही है। तो जिहड़ा जितना पूर्ण चेतन होवेगा चंगियाई ते बुराई तो उतना छेती प्रभावित होवेगा। इंद्र बहुत चेतन पुरुष है, ज्ञान दा दीवा जले होया है। विश्वामित्र बहुत चेतन पुरुष है, मामूली नहीं, दिन रात साधना करने वाला, ग्रंथां दा अध्ययन करने वाला और बहुत कुछ उसने लिखे है। मच्छंद्रनाथ योगियां नूं जन्म देने वाला, योग पंथ नूं जन्म देने वाला, 80 साल की उम्र दे भ्रष्ट हो गया, शराब भी पीण लग पिया, वेसवा गामी भी हो गया। ऐसा केड़ा अनर्थ है कि मच्छंद्रनाथ नहीं करता सी, भ्रष्ट हो गया। जो जितना ज्यादा चेतन है उतना ही चंगियाई ते बुराई तो ज्यादा प्रभावित होवेगा। इस वास्ते चंगे मनुख नूं, चेतन मनुख नूं बहुत ही बुरी संगत तो बचने की कोशिश करनी चाहिए, क्योंकि उसका मन छेती प्रभावित होवेगा। बनस्पत आम मूड़ दे, बनस्पत आम उस सुते हुए दे, सुते हुए तो की प्रभाव पै सकता है। एक मनुख सुता होया है, पूर्ण तौर पर सुता होया है, रूप का की प्रभाव पेगा, रंग का की प्रभाव पेगा, संगीत का की प्रभाव पेगा, उसके उत्ते गीत का की प्रभाव पेगा। इस सब कुछ तो प्रभावित होने वास्ते जागृति चाहिए। और जो किधरे पूर्ण तौर पर जागया होया है वो तो बहुत असर कबूल करेगा। मैं फिर अर्ज करा, चंगियाई का भी करेगा, बुराई का भी करेगा। तो ये साधु जागया होया पुरुष सी, चेतन पुरुष सी, हर गल नूं बड़ी गहराई नाल लैंदा सी। अज ख्याल आ गया किहड़ा सी रोज़ खेडना है, देख लईए की होंदा है, ये हार जित की होंदी, इसका मन दे उत्ते की प्रभाव पैंदा है। 10 मोहरां जेब दे च पा के बाकी रख के चल पे। कहंदा ठीक है, नाल दा साथी सुता होया ते मैं छेती आ जाना है, थोड़ी देर देख के करके ये जुए दा पसारा। घर चो बाहर निकले ना ते मन ने बड़ी फिटकार पाई ते लानतां भी पाईयां। कहने है तू साधु, साधना करने वाला, तेनू शर्म नहीं आई?
ਐਸਾ ਸੋਚਦੇ ਹਾਂ, ਦੁਨੀਆ ਨੂੰ ਉਪਦੇਸ਼ ਕਰਦਾ ਹੈ ਤੇਰੀ ਇਹ ਹਾਲਤ। ਆਪਣੇ ਆਪ ਤੇ ਲਾਨਤਾਂ ਪਾਉਂਦਾ ਹੋਇਆ ਅੰਦਰ ਚਲਾ ਗਿਆ। ਜੈਸੇ ਸੌਣ ਲੱਗਾ ਹੈ ਫਿਰ ਖਿਆਲ, ਕਹਿੰਦਾ ਕਿਹੜਾ ਰੋਜ਼-ਰੋਜ਼ ਖੇਡਣਾ ਹੈ, ਇੱਕ ਦਿਨ ਤੇ ਹੈ। ਬਾਹਰ ਆ ਗਿਆ, ਫਿਰ ਮੋਹਰਾਂ ਰੱਖ ਕੇ ਬਾਹਰ ਆ ਕੇ ਫਿਰ ਮਨ ਬਦਲਿਆ ਔਰ ਰੱਜ ਕੇ ਆਪਣੇ ਤੇ ਲਾਨਤਾਂ ਪਾਈਆਂ। ਫਿਰ ਅੰਦਰ ਚਲਾ ਗਿਆ, ਸੌਣ ਲੱਗਿਆ, ਫਿਰ ਮਨ ਪ੍ਰਭਾਵਿਤ ਹੋਇਆ। ਕਹਿੰਦੇ ਕੀ ਐਵੇਂ ਡਾਵਾਂ ਡੋਲ ਹੁੰਦਾ ਹੈ, ਅੱਜ ਦੇਖ ਆਉਂਦੇ ਹਾਂ ਅਸੀਂ ਸਾਧੂ ਹਾਂ, ਸਾਧਨਾ ਕਰਦੇ ਰਹਿੰਦੇ ਹਾਂ ਔਰ ਕਰਦੇ ਰਵਾਂਗੇ, ਕਿਹੜਾ ਅਸੀਂ ਜਵਾਰੀ ਬਣ ਜਾਂਦਾ ਹੈ। ਅੱਜ ਦੇਖਦੇ ਹਾਂ, ਜਿਉਂ ਬਾਹਰ ਆਇਆ ਮਨ ਫਿਰ ਬਦਲ ਗਿਆ। ਤਾਂ ਸਿਆਣਾ ਸੀ, ਚੇਤਨ ਸੀ, ਇੱਕਦਮ ਖਿਆਲ ਆਇਆ ਇਸ ਜਗ੍ਹਾ ਦਾ ਕੋਈ ਅਸਰ ਹੈ। ਪੜੋਸੀ ਦਾ ਬੂਹਾ ਖੜਕਾਇਆ, ਮਾਲਕ ਮਕਾਨ ਦਾ। ਅੱਧੀ ਰਾਤ ਉਹ ਮਾਲਕ ਮਕਾਨ ਨੇ ਬੂਹਾ ਖੋਲਿਆ ਜਿਸ ਕੋਲ ਕਿਰਾਏ ਤੇ ਲਿਆ ਮਕਾਨ। ਉਹ ਦੇਖ ਕੇ ਹੈਰਾਨ ਹੋਇਆ ਵੀ ਸੰਤ ਜੀ ਕੀ ਗੱਲ ਹੈ, ਇਸ ਟਾਈਮ ਕੀ ਲੋੜ ਪੈ ਗਈ ਮੇਰੀ। ਉਹ ਸਾਧੂ ਕਹਿੰਦਾ ਹੈ ਬਸ ਮੈਨੂੰ ਇਤਨਾ ਦੱਸ ਦੋ, ਸਾਥੋਂ ਪਹਿਲੇ ਇਸ ਮਕਾਨ ਦੇ ਵਿੱਚ ਕੌਣ ਰਹਿੰਦਾ ਸੀ। ਤੇ ਮਾਲਕ ਨੇ ਕਿਹਾ ਕੋਈ ਵੀ ਨਹੀਂ ਰਹਿੰਦਾ ਸੀ, ਜੁਆਰੀਆਂ ਦਾ ਅੱਡਾ ਸੀ, ਇੱਥੇ ਦਿਨ ਰਾਤ ਜੂਆ ਹੀ ਚੱਲਦਾ ਸੀ। ਉਹਨੇ ਬਾਹਰ ਖੜੇ ਹੋਏ ਆਪਣੇ ਮਿੱਤਰ ਨੂੰ ਆਵਾਜ਼ ਮਾਰੀ, ਸਾਥੀ ਨੂੰ ਬਾਹਰ ਆ ਜਾਵੇ, ਸਮਾਨ ਚੁੱਕ ਕੇ ਬਾਹਰ ਆ ਜਾ, ਮੈਂ ਇਸ ਮਕਾਨ ਦੇ ਅੰਦਰ ਦਾਖਲ ਨਹੀਂ ਹੋਣਾ, ਇੱਥੋਂ ਦੀਆਂ ਤਰੰਗਾਂ ਠੀਕ ਨਹੀਂ ਨੇ, ਇਹ ਮੇਰੇ ਜੈਸੇ ਬੰਦੇ ਨੂੰ ਵੀ ਭ੍ਰਸ਼ਟ ਕਰਦੀਆਂ ਨੇ ਤੇ ਹੋਰ ਕਈਆਂ ਨੂੰ ਤੇ ਕਰਨਗੇ। ਪਰ ਜਿੱਥੇ 10 ਸਾਧੂ ਬੈਠੇ ਹੋਣ ਔਰ ਰੋਜ਼ ਨਾਮ ਜਪਦੇ ਹੋਣ, ਉੱਥੇ ਇੱਕ ਚੋਰ ਚਲਾ ਜਾਏ ਸਾਧੂ ਬਣ ਜਾਏਗਾ। ਪਰ ਜਿੱਥੇ 10 ਚੋਰ ਬੈਠੇ ਹੋਣ ਤੇ ਇੱਕ ਕੱਚੀ ਸਾਧਨਾ ਕਰਨ ਵਾਲਾ ਚੇਤਨ ਮਨੁੱਖ ਚਲਾ ਜਾਏ, ਯਕੀਨ ਜਾਣ ਉਸ ਚੋਰੀ ਦਾ ਪ੍ਰਭਾਵ ਉਸ ਤੇ ਵੀ ਪਏਗਾ। ਹੋ ਸਕਦਾ ਕੋਈ ਚੀਜ਼ ਉਸ ਦੇ ਅੰਦਰ ਵੀ ਚੁਰਾਉਣ ਦਾ ਖਿਆਲ ਪੈਦਾ ਹੋ ਜਾਏ। ਇਹ ਅਸਥਾਨ ਭੇਦ, ਜਗ੍ਹਾ ਭੇਦ ਤੋ ਸਾਹਿਬ ਅੱਜ ਦੇ ਪਾਵਨ ਪਵਿੱਤਰ ਵਾਕ ਦੇ ਵਿੱਚ ਫਰਮਾਨ ਪਏ ਕਰਦੇ ਨੇ, ਜਿਹਦਾ ਦਰਸ਼ਨ ਮਾਤਰ ਪਾਪਾਂ ਨੂੰ ਉਤਾਰ ਦਿੰਦਾ ਹੈ, ਕਰੋੜਾਂ ਤਰ੍ਹਾਂ ਦੇ ਜੋ ਹੈ ਪਾਪ ਜੋ ਹੈ ਨਾਸ਼ ਕਰ ਦਿੰਦਾ ਹੈ।